एंड प्रोटोकॉल के मुताबिक तैयारियां 100% कर चुके ने। सवेरे 10 मार्च सवेरे 8 बजे वास्ते असी इंतज़ार कर रहे हैं। 8 बजे ऑपरेशन शुरू कर देंगे काउंटिंग। इस साडा काम है नतीजे डिक्लेयर करना है। कोई जीतता है कोई हारता है, साडे वास्ते बराबर है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਲਲਿਤਾ ਜਾਮਵਾਲ। ਵਿਧਾਨ ਸਭਾ ਚੋਣਾਂ ਦੀਆਂ 20 ਫਰਵਰੀ ਨੂੰ ਪਈਆਂ ਚੋਣਾਂ ਦੇ ਨਤੀਜੇ ਕੱਲ ਆਉਣੇ ਨੇ ਤੇ ਕੁਝ ਘੰਟਿਆਂ ਦਾ ਸਮਾਂ ਬਚਿਆ ਹੈ। ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ, ਪਰ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕੁਝ ਇੰਤਜ਼ਾਮ ਕੀਤੇ ਗਏ ਨੇ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ। ਸਰ, ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ, ਕਿਉਂਕਿ ਕੱਲ ਬਹੁਤ ਵੱਡਾ ਜਿਹੜਾ ਦਿਨ ਹੈ, ਕੀ ਕੁਝ ਇੰਤਜ਼ਾਮ ਜਿਹੜੇ ਕੀਤੇ ਗਏ ਨੇ? ਸਤਿ ਸ਼੍ਰੀ ਅਕਾਲ ਅਜੀਤ ਦਰਸ਼ਕਾਂ ਨੂੰ। ਕੱਲ ਬਹੁਤ ਵੱਡਾ ਦਿਨ, ਇੰਪੋਰਟੈਂਟ ਦਿਨ, ਸਪੈਸ਼ਲ ਦਿਨ, ਖਾਸ ਕਰਕੇ ਪੂਰਾ ਪੰਜਾਬ ਵਾਸਤੇ ਅਤੇ ਕੈਂਡੀਡੇਟਸ ਵਾਸਤੇ, ਪੋਲੀਟੀਕਲ ਪਾਰਟੀਜ਼ ਵਾਸਤੇ, ਕਿਉਂਕਿ ਇਲੈਕਸ਼ਨ ਹੋ ਗਿਆ, ਕਾਊਂਟਿੰਗ ਦਾ ਦਿਨ ਹੈ, ਰਿਜ਼ਲਟ ਦਾ ਦਿਨ ਹੈ। ਇਸ ਕਰਕੇ ਸਾਡੇ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਦੇ ਮੁਤਾਬਿਕ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਮੁਤਾਬਿਕ ਐਂਡ ਪ੍ਰੋਟੋਕॉल ਦੇ ਮੁਤਾਬਿਕ तैयारियां 100% कर चुके ने। सवेरे 10 मार्च सवेरे 8 बजे वास्ते असी इंतज़ार कर रहे हैं। 8 बजे ऑपरेशन शुरू कर देंगे काउंटिंग। इसमें 5 मुख्य इम्पॉर्टेंट मुद्दे ने। एक है सिक्योरिटी, और दूसरा है ट्रेनिंग ऑफ जिन्ने भी साडे कर्मचारी काउंटिंग दे विच लगण दे, और तीसरा एजेंट्स ਅਤੇ पॉलिटिकल पार्टीज़ ਦੇ ਜਿਹੜੇ कैंडिडेट्स ने ਉਹਨਾਂ ਨੂੰ किस तरीका हालां दे विच लियाना बिठाउण दी है। फोर्थ है EVM VVPAT ਜਿਹੜੇ ਵੀ स्ट्रांग रूम्स है उत्थे फिर काउंटिंग हाल ਦੇ ਵਿੱਚ ਲਿਆਣਾ है। और 5वां हिस्सा है मीडिया कर्मियों ਨੂੰ मीडिया फैसिलिटेशन सेंटर्स ਦੀ ਰਾਹੇ समय समय पर सटीक एक्यूरेट इन्फॉर्मेशन ਰਾਉਂਡਵਾਰ ਰਿਜ਼ਲਟ ਦਿੱਤੇ ਰਹੇ, ਤਾਂ ਕਿ ਲੋਕਾਂ ਨੂੰ, ਸਾਡੇ ਪੰਜਾਬ ਦੇ ਵਿੱਚ ਸਾਰੀਆਂ ਲੋਕਾਂ ਨੂੰ, ਇੰਡੀਆ ਦੇ ਵਿੱਚ ਜਿੰਨਾ ਵੀ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੇ ਰਹੇ। ਇਹ 5 ਇੰਪੋਰਟੈਂਟ ਸਟੈਪਸ ਨੇ ਇਹਦੇ ਵਿੱਚ। ਸਰ, ਕੱਲ ਕਿੰਨੇ ਥਾਵਾਂ ਤੇ ਜਿਹੜੇ ਗਿਣਤੀ ਕੇਂਦਰ ਹੈ ਉਹ ਬਣਾਏ ਗਏ ਨੇ ਤੇ ਕਿੰਨੇ ਕੁ ਕਰਮਚਾਰੀ ਹੈ ਜਿਹੜੇ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨਗੇ? 117 ਅਸੈਂਬਲੀ ਹਲਕਾ ਹੈ ਪੰਜਾਬ ਦੇ ਵਿੱਚ। ਨੈਚੁਰਲੀ 117 ਕਾਊਂਟਿੰਗ ਸੈਂਟਰਸ ਹੋਣਗੇ, लेकिन 117 काउंटिंग सेंटर्स हम 66 ਥਾਂ ਤੇ दे आर अवेलेबल है, उत्थे लगाए गए हैं। और टोटल 7900 से ज़्यादा ਕਾਊਂਟਿੰਗ ਸਟਾਫ ਇਸ ਕੰਮ ਦੇ ਵਿੱਚ ਲੱਗਿਆ ਹੋਇਆ। ਉਹਨਾਂ ਨੂੰ ਭयंकर ਤਰੀਕੇ ਨਾਲ, ਪੁਖਤਾ ਤਰੀਕਾ ਨਾਲ ਟ੍ਰੇਨਿੰਗ ਦਿੱਤੀ ਗਈ ਹੈ। 4 ਗੇੜਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵਿਸਤਾਰ ਦੇ ਨਾਲ ਆਪਣਾ ਵਰਚੁਅਲ ਮੋਡ ਦੇ ਵਿੱਚ 4 ਗੇੜਾਂ ਟ੍ਰੇਨਿੰਗ ਦਿੱਤੀ ਗਈ ਹੈ, ਔਰ ਇੱਕ ਗੇੜਾ ਹੈਂਡਸ ਆਨ ਟ੍ਰੇਨਿੰਗ। ਇਸ ਤੋਂ ਇਲਾਵਾ ਹੈਂਡਸ ਆਨ ਟ੍ਰੇਨਿੰਗ ਐਨਕੋਰ ਐਪਲੀਕੇਸ਼ਨ ਦੇ ਵਿੱਚ ਡੇਟਾ ਰਾਉਂਡ ਵਾਈਜ਼ ਰਿਜ਼ਲਟਸ ਦੀ ਡੇਟਾ ਕਿਵੇਂ ਭਰਨਾ ਹੈ, ਇਹਦੇ ਵਿੱਚ ਕੱਲ੍ਹ ਹੀ 8 ਤਾਰੀਖ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹ ਕੰਮ ਕੀਤਾ, ਡਰਾਈ ਰਨ ਕੀਤਾ ਗਿਆ ਹੈ। ਸ਼ਾਮ 3-4 ਵਜੇ ਤੱਕ ਇਹ ਕੰਮ ਚੱਲੀ ਸੀ। ਸਰ, ਜਿਹੜਾ ਇਹ ਰਾਉਂਡ ਬਾਰੇ ਜੋ ਤੁਸੀਂ ਕਿਹਾ ਕਿ ਵੀ ਕਿੰਨੇ ਰਾਉਂਡ ਦੇ ਵਿੱਚ ਜਿਹੜਾ ਇਹ ਮੁਕੰਮਲ ਹੋਵੇਗੀ, ਇਹਦੇ ਬਾਰੇ ਮਾੜਾ ਵਿਸਤਾਰ ਨਾਲ ਦੱਸੋ। हाँ जी, ये राउंड टेक्निकल बातें है ये एक्चुअली, लेकिन लोगों को दसना मेरा जिम्मेदारी है। उदाहरण के तौर पे मैं पेश करांगा, कृपा करके समझने की कोशिश करो। अगर एक असैम्बली हल्के दे विच 240 बूथ ने, या फॉर एग्जाम्पल 280 बूथ समझ लो, उन्होंने डिवाइड करना पैंदा है। जिन्ना भी टेबल अति एट ए टाइम गिनती करेंगे एट ए टाइम, अगर नॉर्मली हम लोग 14 टेबल्स लगाए हैं हर एक काउंटिंग सेंटर दे विच, 2 हाल दे विच 7-7 डिस्ट्रीब्यूशन इस तरीके की गई है, ताकि कोविड दी समा है, ताकि एक जगह ज़्यादा लोग ना रहे। अगर इस तरीके कोई मसला होंदा है, ताकि प्रिवेंशन ऑफ कोविड भी साडा बहुत इंपॉर्टेंट मुद्दा है। इस करके 14 टेबल की गिनती एक बार हो जाता है, एक टेबल ते एक EVM रखा जाता है। मीनस एट ए टाइम 14 EVM का गिनती होंदा है, और एक बार ये 14 टेबल्स का EVM गिनती हो जाता है, उसनों एक राउंड माना जाता है। अगर टोटल मान लो 280 है डिवाइडेड बाय 14 है, जितना भी गेड़ा, जितना भी राउंड्स बनता है, उस राउंड्स दे विच टोटल नतीजा आ जाएगा। लेकिन 8 बजे सवेरे शुरू करते हैं पोस्टल बैलेट्स की गिनती है, क्योंकि वो पोस्टल बैलेट पोस्ट की राही आती है, और एक सर्विस परसनल जेडे भी होंदा है वो इलैक्ट्रॉनिकली ट्रांसमिटेड पोस्टल बैलेट पेपर सिस्टम और एक सिस्टम है। ये दोनों असी 8 बजे ते शुरू करते हैं।
ਔਰ 8:30 ਵਜੇ ਤੱਕ EVMs ਦਾ ਗਿਣਤੀ ਸ਼ੁਰੂ ਹੋ ਜਾਂਦਾ ਹੈ। ਸਰ ਜਿਹੜੀ ਇਹ ਪ੍ਰਕਿਰਿਆ ਹੈ ਸਾਰੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਤਾਂ ਕਿੰਨਾ ਕੁ ਸਮੇਂ ਜਿਹੜਾ ਪੂਰਾ ਲੱਗੇਗਾ? ਹਾਲਾਂਕਿ ਜਿਹੜੇ ਦੁਪਹਿਰ ਵੇਲੇ ਹੀ ਪਤਾ ਲੱਗ ਜੂਗਾ ਵੀ ਕਿਹੜੀ ਪਾਰਟੀ ਦੇ ਸਰ ਜਿਹੜਾ ਤਾਜ ਇਹ ਸੱਜੂਗਾ ਪੰਜਾਬ ਦਾ, ਪਰ ਫਿਰ ਵੀ ਜਿਹੜਾ ਆਪਾਂ ਕਹੀਏ ਕਿ ਮੁਕੰਮਲ ਜੇ ਕਦੋਂ ਤੱਕ ਇਹ ਕਾਰਵਾਈ ਪੂਰੀ ਹੋਵੇਗੀ ਜਿਹੜੀ ਕਾਊਂਟਿੰਗ ਦੀ? ਕਿਉਂਕਿ ਇਸ ਨੂੰ ਅਸੀਂ ਇੱਕਦਮ ਹੀ ਕੈਲਕੂਲੇਟਡ ਢੰਗ ਨਾਲ ਨਹੀਂ ਦੇਖ ਸਕਦਾ, ਲੇਕਿਨ ਇੱਕ ਅੰਦਾਜ਼ਨ ਲਗਾ ਸਕਦੇ ਹਾਂ। ਕਿਉਂਕਿ ਇੱਕ EVM ਨੂੰ ਅਸੀਂ ਪੂਰਾ ਗਿਣਤੀ ਕਰਨ ਦੀ ਵੋਟਾਂ ਦੀ ਗਿਣਤੀ ਕਰਨ ਦੀ 25 to 30 ਮਿੰਟ ਲੱਗਦਾ ਹੈ ਔਰ 5 ਮਿੰਟ ਟੈਬਲੇਸ਼ਨ ਵਾਸਤੇ भी लगता है। और शुरुआती तौर पे थोड़ा सा ज़्यादा समय इस करके लगता है, काउंटिंग एजेंट्स हैं वो जल्दी जल्दी करने नहीं देंगे, वो देखना चाहते हैं ਜਿਹੜੇ डिस्प्ले है ना वो देखना चाहते ज़्यादा सर, ताकि शुरुआती तौर ਤੇ ਜਿਹੜਾ ज़्यादा समय लगता है। लेकिन जिवें 2-3 राउंड्स हो जाता है वो भी आदत हो जाता है, जल्दी जल्दी नोट करना शुरू कर देंगे हैं। नॉर्मली आधे घंटे में 2 राउंड कंप्लीट हो ही जाता है। ਤੇ ਟੋਟਲ ਕਿੰਨੇ ਕੁ ਘੰਟੇ ਸਰ 7 ਤੋਂ 8 ਆਪਾਂ ਕਹੀਏ ਜਾਂ ਕਿੰਨੇ ਕੁ ਵਜੇ ਤੱਕ? देखो 5 बजे 8 बजे से शुरू है अपना 6-7 घंटे ਦੇ ਵਿੱਚ ਨਾਰਮਲੀ ਲਾਸਟ ਗੇੜੇ ਤੱਕ ਅਸੀਂ ਪਹੁੰਚ ਜਾते ਨਾਰਮਲੀ। अगर एक आध सेंटर में थोड़ा ज़्यादा समय लग सकता है। ਸਰ ਜਿਹੜੀ ਹੁਣ ਕੱਲ ਨੂੰ ਮੁੱਖ ਦਿਨ ਹੈਗਾ, ਕੁਝ ਗੜਬੜ ਨਾ ਹੋਵੇ ਇਸ ਨੂੰ ਲੈ ਕੇ ਸੁਰੱਖਿਆ ਦੇ ਕਿੰਨੇ ਘੇਰੇ ਜਿਹੜੇ ਬਣਾਏ ਗਏ ਨੇ ਤੇ ਕੰਪਨੀਆਂ ਕਿੰਨੇ ਤੈਨਾਤ ਕੀਤੀ ਗਈ ਨੇ? ਹਾਂਜੀ, ਗੜਬੜ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਗੜਬੜ ਦਾ ਕੋਈ ਥਾਂ ਨਹੀਂ ਹੈ। ਇਸ ਕਰਕੇ ਲਾਅ ਐਂਡ ਆਰਡਰ ਇੱਕ ਇੰਪੋਰਟੈਂਟ ਚੀਜ਼ ਹੈ, ਉਸ ਨੂੰ ਅਸੀਂ ਧਿਆਨ ਰੱਖਦੇ ਹਾਂ। ਇਲੈਕਸ਼ਨ ਕਮਿਸ਼ਨ ਨੇ ਸਾਨੂੰ 45 ਕੰਪਨੀਜ਼ ਸੈਂਟਰਲ ਆਰਮਡ ਪੈਰਾਮਿਲਟਰੀ ਫੋਰਸਿਸ ਦਿੱਤਾ ਹੈ, ਤਾਇਨਾਤ ਕਰ ਦਿੱਤੀ ਗਈ ਸੀ। ਖਾਸ ਕਰਕੇ EVM VVPAT ਸਟਰੋਂਗ ਰੂਮਸ ਹਮੇਸ਼ਾ सेंट्रल आर्मड पैरामिलिट्री फोर्सेस दी निगरानी हेठ होंदा है। और सेकंड फर्स्ट लाइन ऑफ इसमें सिक्योरिटी सेकंड लाइन में होंदा है स्टेट आर्मड पुलिस, और थर्ड लाइन जो EVM VVPAT मशीन आंदी वास्ते अपना डिस्ट्रिक्ट पुलिस रहता है। अगर लेकिन इस काउंटिंग दी दौरान इसका हल्का सा इसका नोमेनक्लेचर बदल जाता है। जेडे भी फर्स्ट राउंड जेडे भी होंदा है वो पेडेस्ट्रियन जोन है, ਉੱਤੇ ਪੈਦਲ ਹੀ ਜਾਣਾ ਪੈਂਦਾ ਹੈ ਤਾਂ ਕਿ ਉੱਤੇ ਕੋਈ ਭੀੜ ਭਾੜ ਨਾ ਹੋਵੇ। ਜਿਹੜੇ ਵੀ ਕੈਂਡੀਡੇਟਸ ਜਾਂ ਪੋਲਿੰਗ ਅਫਸਰ ਕਾਊਂਟਿੰਗ ਅਫਸਰ DC ਸਾਹਿਬਾਨ RO ਸਾਹਿਬਾਨ ਜਿਹੜੇ ਵੀ ਆਉਂਦੇ ਹੈ ਉਹ ਆਪਣਾ ਗਾੜੀ ਤੋਂ ਉੱਤੇ ਉਤਰਨਾ ਪੈਂਦਾ ਹੈ। ਅਲਾਈਟਿੰਗ ਪੁਆਇੰਟ ਜੋ ਉਤਰਨ ਵਾਲੀ ਪੁਆਇੰਟ ਉੱਤੇ ਉਤਰ ਕੇ ਫਿਰ ਪੈਦਲ ਹੀ ਜਾਣਾ ਹੈ। ਉੱਥੇ ਪੂਰਾ अपना बैरिकेडेड रास्ते बनाए हुए हैं जो नो क्रिस क्रॉसिंग नहीं होता है, कोई अपना कोई ब्लाइंड स्पॉट नहीं होना है। हर एक एक्टिविटी अपना CCTV कैमरा ਅਤੇ अपना ਵੀਡੀਓਗ੍ਰਾਫੀ ਦੇ ਰਾਹੀਂ ਅਸੀਂ ਕੈਪਚਰ ਕਰਦੇ ਹਾਂ। ਸਰ ਹੌਟ ਸੀਟਾਂ ਦੀ ਵੀ ਗੱਲ ਕਰ ਲੈਂਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਇਸ ਵਾਰ ਹੌਟ ਸੀਟਾਂ ਵੀ ਬਹੁਤ ਨੇ, ਉਸ ਨੂੰ ਲੈ ਕੇ ਵੀ ਕੋਈ ਕਮਿਸ਼ਨ ਵੱਲੋਂ ਕੋਈ ਖਾਸ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ? ਕੋਈ ਹਾਰਟ ਸੀਟ ਕੋਲਡ ਸੀਟ ਨਹੀਂ ਹੁੰਦਾ ਕਿਉਂਕਿ ਹਾਂ ਇੱਕ ਮੀਡੀਆ ਦੀ ਭਾਸ਼ਾ ਹੁੰਦਾ, ਮੈਂ ਰਿਸਪੈਕਟ ਕਰਦਾ ਉਸ ਨੂੰ, ਲੇਕਿਨ ਸਾਡੇ ਵਾਸਤੇ ਸਭੀ ਕੈਂਡੀਡੇਟਸ ਬਰਾਬਰ ਨੇ। ਜੋ ਜੇਤੂ ਕੈਂਡੀਡੇਟ ਹੈ ਜੀ, ਸੋ ਸਾਰੀਆਂ ਵਾਸਤੇ ਬਰਾਬਰ ਹੈ। ਅਸੀਂ ਆਪਰੇਸ਼ਨਸ ਬਰਾਬਰ ਕਰਦੇ ਹਾਂ, ਇੰਪੋਰਟੈਂਸ। ਲੇਕਿਨ ਸਿਕਿਉਰਿਟੀ ਵਾਸਤੇ ਹਮ ਲੋਗ ਹਰ ਇੱਕ EVM VVPAT ਦੀ ਸਿਕਿਉਰਿਟੀ ਬਰਾਬਰ ਹੈ। ਲੇਕਿਨ ਅਗਰ ਤੁਸੀਂ ਜਿਵੇਂ ਗੱਲ ਕਿਹਾ कुछ एरियाज कुछ डिस्ट्रिक्ट सेंसिटिव हो सकता है या क्रिटिकल हो सकता है, वो जिवें पोलिंग के दौरान असी देखते हैं उत्ते साडा पैरामिलिट्री फोर्सेस हाई है। 45 कंपनीज हैं, 144 सैक्शन DC साहब वालों लगाया हुआ है, एग्जीक्यूटिव मैजिस्ट्रेट दी तैनाती है और पूरा स्टैंडर्ड ऑपरेटिंग प्रोसीजर है। जेड़े भी बंदा अंदर जाना है शनाख्ती कार्ड की राह ही जाना है, नहीं है तो नहीं जा सकते हैं। RO साहब की हुक्म हेठ काम होना है। ਸਿਆਸੀ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੈ ਮੈਦਾਨ ਦੇ ਵਿੱਚ ਉਤਰੇ ਨਹੀਂ ਜਾਂ ਉਹਨਾਂ ਦੇ ਏਜੰਟ ਬਾਰੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ? क्योंकि एजेंट्स इस काम में बहुत इंपॉर्टेंट काम करते हैं क्योंकि वो सवेरे तो लेकर शाम तक वो काउंटिंग टेबल के उत्थे वो नाल ही बैठे रहते हैं। वो इस हिस्से ਦੇ ਇਸ ਕੰਮ ਦੇ ਵਿੱਚ ਬਹੁਤ ਇੰਪੋਰਟੈਂਟ ਸਾਡੇ ਸਟੇਕ ਹੋਲਡਰਸ ਨੇ, ਇਸ ਕਰਕੇ ਉਹਨਾਂ ਨੂੰ ਅਸੀਂ ਪੂਰਾ ਧਿਆਨ ਰੱਖਦੇ ਹਾਂ। ਉਹਨਾਂ ਦੇ ਬੈਠਣ ਵਾਸਤੇ ਪੀਣ ਦੀ ਪਾਣੀ ਉਹਨਾਂ ਸਮੇਂ ਪਰ ਕੋਈ बीच में ਵਿੱਚ ਕਰ ਚਾय ਚੂ ਵੀ ਉਹਨਾਂ ਨੂੰ ਦਿੱਤੀ ਜਾਂਦੀ ਤਾਂ ਕਿ ਥੱਕ ਨਾ ਜਾਵੇ ਕਿਉਂਕਿ ਲਗਾਤਾਰ EVM ਦੀ ਸਾਊਂਡ ਵੀ ਆਤੇ ਰਹਿੰਦੀ ਹੈ। ਉਹਨਾਂ ਦਾ ਇੱਕ ਖਾਸ ਕਰ ਇੱਕ ਸਾਊਂਡ ਆਤੀ ਰਹਿੰਦੀ, ਉਹ ਸਾਰਿਆਂ ਨੂੰ करते हुए वो शाम तक डटे रहता है। सीटिंग अरेंजमेंट किस तरह दे रखे? सीटिंग अरेंजमेंट एक टेबल दी साथ में जितने भी साथ में काउंटिंग एजेंट्स अपना पोलिंग काउंटिंग एजेंट ਜਿਹੜੇ ਵੀ ਕੈਂਡੀਡੇਟਸ ਵੱਲੋਂ ਤਾਇਨਾਤ ਕੀਤੀ ਜਾਂਦੀ ਹੈ ਉਹਨਾਂ ਨੂੰ
ਆਰਓ ਸਾਹਿਬਾਨ ਆਇਡੈਂਟੀ ਕਾਰਡ ਦਿੱਤਾ ਹੈ, ਉਹ ਉੱਥੇ ਬੈਠਣਗੇ। ਇਹ ਸੀਟਿੰਗ ਅਰੇਂਜਮੈਂਟ ਇਹੋ ਜਿਹਾ ਹੁੰਦਾ ਹੈ ਨਾਰਮਲੀ। ਜਿਹੜੇ ਵੀ ਕੈਂਡੀਡੇਟਸ ਉਹ ਗਿਣਤੀ ਦੀ ਹਾਲ ਦੇ ਵਿੱਚ ਪਹੁੰਚेंगे, काउंटिंग हाल ਦੇ ਵਿੱਚ एक सीट 1 2 3 4 फॉर एग्जांपल लगाएंगे। फर्स्ट सीट रहेगा नेशनल पार्टी दी कैंडिडेट, सेकंड कुर्सी रहेगा स्टेट पार्टी दा कैंडिडेट, स्टेट लेवल पार्टी दा, और थर्ड कुर्सी रहेगा अपना रजिस्टर्ड पॉलिटिकल पार्टी, और फोर्थ ऑनवर्ड्स रहेगा इंडिपेंडेंट कैंडिडेट। इसी प्रक्रिया से काउंटिंग एजेंट्स ने भी ਅਸੀਂ फॉलो करते हैं। ਸਰ ਜੇਕਰ ਵੈਸੇ ਵੇਖਿਆ ਜਾਵੇ ਤਾਂ ਅਕਸਰ ਹੀ ਟਰਾਂਸਪੇਰੈਂਟ ਹੁੰਦਾ ਹੈ ਕੰਮ ਜਿਹੜਾ, ਪਰ ਫਿਰ ਵੀ ਕਿਤੇ ਨਾ ਕਿਤੇ ਜਦ ਹਾਰ ਦਾ ਮੂੰਹ ਕੈਂਡੀਡੇਟ ਨੂੰ ਵੇਖਣਾ ਪੈਂਦਾ ਹੈ ਤਾਂ ਅਕਸਰ ਆਰੋਪ ਲਾਏ ਜਾਂਦੇ ਨੇ ਕਿ ਈਵੀਐਮ ਨਾਲ ਛੇੜਛਾੜ ਜਾਂ ਵੋਟਿੰਗ ਸਹੀ ਨਹੀਂ ਹੋਈ ਜਾਂ ਕੁਝ ਇਸ ਤਰ੍ਹਾਂ ਦੇ ਆਰੋਪ ਲੱਗਦੇ ਨੇ। ਉਸ ਨੂੰ ਲੈ ਕੇ ਕੀ ਕੁਝ ਇੰਤਜ਼ਾਮ ਜਾਂ ਕੀ ਕੁਝ ਹੈਗਾ ਇਹਦੇ ਬਾਰੇ? ਦੇਖੋ, ਆਰੋਪ ਪ੍ਰਤੀਆਰੋਪ ਡੈਮੋਕ੍ਰੇਸੀ ਦੇ ਵਿੱਚ ਸਰਵ ਸਧਾਰਨ ਹੈ। ਇਹ ਹੁੰਦਾ ਵੀ ਹੈ। ਅਸੀਂ ਕੰਸੀਡਰ ਦੇਖਦੇ ਹਾਂ ਫੈਕਟਸ ਨੂੰ ਦੇਖਦੇ ਹੋਏ। ਅਦਰਵਾਈਜ਼ ਸਾਡੇ ਵੱਲੋਂ ਹਰ ਚੀਜ਼ ਟਰਾਂਸਪੇਰੈਂਟ ਤਰੀਕੇ ਨਾਲ ਕੀਤੀ ਜਾਂਦੀ ਹੈ। ਸਿਕਿਉਰ, ਸੇਫ ਐਜ਼ ਵੈਲ ਐਜ਼ ਐਕੂਰੇਟ टाइमली रिजल्ट्स ਅਸੀਂ देवांगे, क्योंकि इसमें प्रक्रिया है, ਜਿਹੜੇ ਵੀ प्रक्रिया है ना, पूरा स्टैंडर्ड प्रक्रिया है। इस किताब ਤੋਂ ਬਾਹਰ ਅਸੀਂ ਜਾਈ ਨਹੀਂ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਫਿਰ ਕੀ ਕਾਰਵਾਈ ਕਰੇਗਾ? ਸਪਾਟ ਨਿਰਾਕਰਨ ਹੁੰਦਾ ਉਸੇ ਸਪਾਟ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕੋਈ ਕੈਂਡੀਡੇਟ ਉੱਥੇ ਬੈਠੇ ਰਹਿੰਦਾ ਹੈ, ਉਹ ਆਪਣਾ ਤੁਰੰਤ ਆਪਣਾ ਐਪਲੀਕੇਸ਼ਨ ਉੱਤੇ जनरल ऑब्जर्वर है और इलेक्शन कमीशन रेफ़र कर सकते हैं, सभी है। वह आर ओ साहिबान पूरा सक्षम है, क्योंकि वो मौके दी अफसर हैं, वो कर लेंदे हैं। ਸਰ ਕੱਲ ਲੋਕਾਂ ਨੂੰ ਵੀ ਬਹੁਤ ਇੰਤਜ਼ਾਰ ਹੈ, ਕਿਉਂਕਿ ਇਸ ਵਾਰ ਬਹੁਤ ਬਹੁਕੋਣੀ ਜਿਹੜੇ ਮੁਕਾਬਲੇ ਨੇ। ਹਰ ਵਾਰ ਕੋਈ ਹੰਗ ਅਸੈਂਬਲੀ ਦੀ ਗੱਲ ਕਰ ਰਿਹਾ ਜਾਂ ਕੋਈ ਕਹਿ ਰਿਹਾ ਕਿ ਦਾ ਜਿਹੜੀ ਪਾਰਟੀ ਨੂੰ ਫਤਵਾ ਮਿਲਣਾ ਹੈ ਨਾ, ਤੇ ਲੋਕਾਂ ਵਾਸਤੇ ਵੀ ਕੁਝ ਹੈ ਕਿ ਉਹਨਾਂ ਲਈ ਵੀ ਕੁਝ ਕੋਈ ਐਪ ਕਮਿਸ਼ਨ ਵੱਲੋਂ ਕੁਝ, ਕਿਉਂਕਿ ਸਾਡੇ ਵੱਲੋਂ ਉਹਨਾਂ ਨੂੰ ਵੀ ਪਤਾ ਲੱਗ ਸਕੇ। ਸਾਡੇ ਵੱਲੋਂ ਕੰਮ ਇੱਕ ਹੀ ਹੈ, ਗਿਣਤੀ ਦਾ ਕੰਮ ਹੈ। ਇਹ ਕਿਹੜੇ ਜਿਹੜੇ ਵੀ ਨਤੀਜਾ ਕਿਵੇਂ ਆਣਾ ਹੈ ਕੀ ਨਹੀਂ ਆਣਾ, ਇਹ ਸਾਡੇ ਕੰਮ ਨਹੀਂ ਹੈ। ਸਾਡਾ ਕੰਮ ਨਤੀਜਾ ਡਿਕਲੇਅਰ ਕਰਨਾ ਹੈ। ਕੋਈ जीतता है, कोई हारता है, ਸਾਡੇ ਵਾਸਤੇ ਬਰਾਬਰ ਹੈ। ਜੇ ਐਪ ਜਿਹੜੀ ਕੋਈ ਐਪ ਹੋਵੇ ਜਿਹਦੇ ਜਰੀਏ ਉਹਨਾਂ ਨੂੰ ਵੀ ਪਤਾ ਲੱਗ ਸਕੇ। ਹਾਂਜੀ, ਇੱਕ ਐਪ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵਾਟਰ ਹੈਲਪਲਾਈਨ ਐਪ, ਉੱਥੇ ਅਸੀਂ ਪੂਰਾ ਇਨਫੋਰਮੇਸ਼ਨ ਦੇਵਾਂਗੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਉਸ ਐਪ ਤੇ ਲਗਾਤਾਰ ਜਿਹੜੇ ਵੀ ਰਾਊਂਡਸ ਦਾ ਅਪਡੇਟ ਹੁੰਦਾ ਹੈ ਤੁਰੰਤ ਉਹਦੇ ਵਿੱਚ ਡਿਸਪਲੇ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੀਡੀਆ ਸੈਂਟਰਸ ਬਣਿਆ ਹੋਇਆ ਹੈ। ਇੱਥੇ ਸਾਡਾ ਫੈਸਿਲਿਟੇਸ਼ਨ ਸੈਂਟਰ ਬਣਿਆ ਹੋਇਆ ਸਟੇਟ ਹੈੱਡਕੁਆਟਰ CEO ਆਫਿਸ ਦੇ ਵਿੱਚ ਵੀ, ਔਰ ਮੀਡੀਆ ਕਰਮੀਆਂ ਨੂੰ ਅਸੀਂ ਇਨਫੋਰਮੇਸ਼ਨ ਦਿੰਦੇ। ਅਨਾਉਂਸਮੈਂਟਸ ਹੈ मीडिया हाल दी अंदर ब्लैक बोर्ड्स भी लगे हुआ है और माइक्स दी राही अनाउंसमेंट होंदी है। जितना ज़्यादा संभव है उस जरिए राही असी लोगों ने इन्फॉर्मेशन देवांगे। सर काउंटिंग ਦਾ ਕੰਮ ਜਦੋਂ ਮੁਕੰਮਲ ਹੋ ਜਾਣਾ ਤਾਂ ਰਿਜ਼ਲਟ ਵੀ ਆਣਾ ਹੈ ਤਾਂ ਫਿਰ ਜਿਹੜਾ ਉਮੀਦਵਾਰ ਜਿੱਤੂਗਾ ਉਹਦੇ ਵੱਲੋਂ ਜਸ਼ਨ ਵੀ ਹੁੰਦਾ ਹੈ ਤੇ ਸਮਰਥਕਾਂ ਵੱਲੋਂ ਵੀ ਬੜੇ ਸਤਰ ਤੇ ਰੋਡ ਸ਼ੋਅ ਜਾਂ ਇਸ ਤਰ੍ਹਾਂ ਦੇ ਕਰਦੇ ਨੇ। ਪਰ ਇਸ ਤਰ੍ਹਾਂ ਕੋਵਿਡ ਦਾ ਵੀ ਹੈਗਾ ਤਾਂ ਕੀ ਕੁਝ ਗਾਈਡਲਾਈਨਸ ਖਾਸ ਹੈ ਇਸ ਵਾਰ? क्योंकि कोविड ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੁਝ ਗਾਈਡਲਾਈਨਸ ਜਾਰੀ ਕੀਤਾ ਹੈ। ਮੈਂ ਤੁਹਾਡਾ ਦਰਸ਼ਕਾਂ ਦੇ ਵਾਸਤੇ ਮੈਂ ਦਿਖਾਉਣਾ ਚਾਹੁੰਦਾ ਇਹ ਹੈ, ਮੈਂ ਹਾਈਲਾਈਟ ਵੀ ਕੀਤਾ। ਇਹਦੇ ਵਿੱਚ ਇਹ ਦੱਸਿਆ ਗਿਆ ਹੈ, ਇਹ ਗਾਈਡਲਾਈਨਸ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ। ਨੋ ਵਿਕਟਰੀ ਪ੍ਰੋਸੈਸ਼ਨਸ, ਕਿਉਂਕਿ ਕੋਵਿਡ ਦੀ ਸਮਾਂ ਹੈ, ਜ਼ਿਆਦਾ ਲੋਕ ਇਕੱਠੇ ਨਹੀਂ ਹੋਣਾ ਚਾਹੀਦਾ। ਇਸ ਕਰਕੇ ਕਾਊਂਟਿੰਗ ਹੋਣ ਤੋਂ ਬਾਅਦ not more than 2 persons shall be allowed to accompany the winning candidate। so ਇਸ ਨਿਯਮ ਨੂੰ ਅਸੀਂ ਲਾਗੂ ਕਰਾਂਗੇ, ਕੈਂਡੀਡੇਟਸ ਨੂੰ ਪਤਾ ਵੀ ਹੈ। ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। तो ਇਹ ਸਨ ਸਾਡੇ ਨਾਲ ਡਾਕਟਰ ਐਸ ਕਰੁਣਾ ਰਾਜੂ, ਜਿਨ੍ਹਾਂ ਨੇ ਸਾਨੂੰ ਬਹੁਤ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਹੈ ਤੇ ਇਹ ਵੀ ਕਹਿ ਕੇ ਸਾਰੇ ਪ੍ਰਬੰਧ ਜਿਹੜੇ ਕੱਲ੍ਹ ਦੇ ਮੁਕੰਮਲ ਕਰ ਲਏ ਗਏ। ਪਰ ਹੁਣ ਕੱਲ੍ਹ ਵੇਖਣ ਵਾਲੀ ਗੱਲ ਹੋਵੇਗੀ ਕਿ ਕਿਹੜੀ ਪਾਰਟੀ ਦੇ ਸਰ ਜਿਹੜਾ ਜੀਤ ਦਾ ਤਾਜ ਜਿਹੜਾ ਸਜਦਾ ਹੈ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਮੈਂ ਤੁਹਾਡੇ ਨਾਲ ਲਲਿਤਾ ਜਾਮਵਾਲ, ਸੁਰਿੰਦਰਪਾਲ ਦੇ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ